सतनाम वाहिगुरु साहिब जीओ। श्लोक महला पहला। नानक गुर संतोख रुख, धर्म फुल फल ज्ञान। रस रसिया हरिया सदा, पक्कै करम ध्यान। पत के साध खादा लहै, दाना कै सिर दान। गुरु रूप गुरु प्यारी साध संगत जी, गुरु फतेह प्रवान करो। वाहिगुरु जी का खालसा, वाहिगुरु जी की फतेह। लड़ीवार शब्द विचार इलाही कलाम गुरु नानक साहिब जी का ये श्लोक, जिहदे विच आप जी परमात्मा नूं एक जोत कहंदे ने। परमात्मा कोई मनुख नहीं है, परमात्मा एक जोत है, एक शक्ति है, एक ऊर्जा है। वो ऊर्जा करके, वो शक्ति करके मैं बोल रहा हूँ। बस उसे शक्ति करके आप जी सुन रहे हो। उसे शक्ति करके, ऊर्जा करके भोजन पचदा है। उसे ऊर्जा करके भोजन खून बनता है। सारिया क्रियावां उस ऊर्जा करके हो रही हैं। जदों शरीर विचों ऊर्जा निकल जाए, फिर असी कह देने हैं मनुख ठंडा हो गया, खत्म हो गया। उस ऊर्जा तक पहुँचने वास्ते सानू की कुछ करना पेगा, क्योंकि तमाम ज्ञान इंद्रिय साडे बाहर वल जा रहे हैं। अखां बाहर वल, कन्न बाहर वल, रसना बाहर वल, तमाम इंद्रियां बाहर वल। इतना शोरगुल विचारां दा कि जो साडा निज स्वरूप है उसनों असीं खो बैठे हैं। हुण यकीन मनना, बाहर मार्केट इन्नी लगी हुई है तो गुरुद्वारा साहिब कित्थे है ये भी समझ नहीं आ रहा सी। यकीन मनना, मैं किसी प्रेमी ने पूछ लिया गुरुद्वारा कित्थे, हस पे आओ, कहने लगे ज्ञानी जी तुसीं रोज़ कथा करदे हो। साडे जहन विच भी विचारां दी मार्केट लगी हुई है। गुरुद्वारा भुल गया है, हकीकत है। गुरु नानक साहिब ने रब नूं जोत किया। जो जोत है वो परमात्मा है, और वही जोत जदों शब्द का रूप धारण करता है तो वो जोत फिर गुरु बन जाती है। शब्द गुरु। गुरु नानक साहिब ने परमात्मा नूं एक तशबीह दिती है रुख दी। मैं कल भी अर्ज कर रहा सी, जे सच नूं मिलना है पर झूठ दा सारा होवे नहीं मिल पाओगे। ते जिहड़ा अज दा प्रकरण है, गुरु नानक साहिब कहंदे ने, नानक गुर संतोख रुख, धर्म फुल फल ज्ञान। जो परमात्मा है, जो गुरु है, एक संतोख रूपी रुख है। अज गुरु नूं संतोख रूपी रुख कह दिता। हुण आप जी ने जे गुरु तक पहुँचना होवे तो सब तो पहला गुरु दे कोल जाओ शुकराना करने वास्ते, धन्यवाद करने वास्ते। ऐ प्रभु जितना दिता है तेरा शुक्र है, ये मैं काबिल भी नहीं सी जितना बख्शिया है। जिमें जिमें संतोख धारण किया, कहते ने फिर गुरु दे
ਜਿਹੜੇ ਫੁੱਲ ਹਨ, ਫੁੱਲ ਤੋਂ ਭਾਵ ਇੱਥੇ ਕਿਹਾ ਹੈ ਧਰਮ ਫੁੱਲ ਫਲ ਗਿਆਨ। ਧਰਮ ਕਹਿੰਦੇ ਨੇ ਨਿਯਮ ਨੂੰ, ਨਿਯਮ ਵਿੱਚ ਰਹਿਣਾ, ਨਿਯਮ ਵਿੱਚ ਉੱਠਣਾ, ਨਿਯਮ ਵਿੱਚ ਬੈਠਣਾ। ਨਿਯਮ ਤੋਂ ਵੱਧ ਬੋਲ ਬੈਠੇ ਝਗੜਾ ਹੋ ਗਿਆ, ਨਿਯਮ ਤੋਂ ਵੱਧ ਖਾ ਬੈਠੇ ਸਰੀਰ ਵਿੱਚ ਰੋਗ ਪੈਦਾ ਹੋ ਗਿਆ, ਨਿਯਮ ਤੋਂ ਵੱਧ ਅਸੀਂ ਸੌ ਲਿਆ ਸਰੀਰ ਵਿੱਚ ਤਕਲੀਫ ਹੋ ਗਈ, ਔਰ ਨਿਯਮ ਦੇ ਤੋਂ ਵੱਧ ਅਸੀਂ ਜਗ ਪਏ ਸਰੀਰ ਵਿੱਚ ਰੋਗ ਪੈਦਾ ਹੋ ਗਏ। ਨਿਯਮ ਚਾਹੀਦਾ ਹੈ। ਤੋ ਜਿਹੜਾ ਮਨੁੱਖ ਨਿਯਮ ਵਿੱਚ ਰਹਿੰਦਾ ਹੈ ਫਿਰ ਉਸ ਨੂੰ ਫਲ ਲੱਗਦੇ ਨੇ। ਕਿਸ ਤਰ੍ਹਾਂ ਦੇ? ਗਿਆਨ ਦਾ ਫਲ। ਹੁਣ ਗਿਆਨ ਦਾ ਫਲ ਕੀ ਹੈ? ਆਪ ਜੀ ਨੇ ਕਹਿਣਾ ਹੈ ਕਿ ਫਲਾਣਾ ਬੰਦਾ ਬਹੁਤ ਗਿਆਨੀ ਹੈ, ਫਲਾਣਾ ਬੰਦਾ ਬਹੁਤ ਗਿਆਨੀ। ਮੈਂ ਇੱਕ ਦਿਨ ਸਿੰਘ ਸਾਹਿਬ ਜੀ ਨੂੰ, ਰਾਜਵਿੰਦਰ ਸਿੰਘ ਜੀ ਨੂੰ ਕਿਹਾ, ਆਪ ਜੀ ਜਦੋਂ ਮੈਨੂੰ ਗਿਆਨੀ ਕਹਿ ਕੇ ਬੁਲਾਉਂਦੇ ਹੋ, ਇਹ ਸ਼ਬਦ ਬਹੁਤ ਗਹਿਰਾ ਹੈ। ਕਿਉਂਕਿ ਗਿਆਨੀ ਕਿਸ ਨੂੰ ਕਹਿੰਦੇ ਨੇ? ਗਿਆਨੀ ਹੋਏ ਸੋ ਚੇਤਨ ਹੋਏ। ਡਾਕਟਰ ਕਹਿ ਕੇ ਬੁਲਾਉਣਾ, ਇਹ ਤਾਂ ਬਾਹਰ ਦੀਆਂ ਡਿਗਰੀਆਂ ਨੇ। ਇਹ ਤਾਂ ਕੋਈ ਪੰਕਤੀ ਕਿੱਥੋਂ ਇਕੱਠੀ ਕੀਤੀ, ਕੋਈ ਪੰਕਤੀ ਕਿੱਥੋਂ ਇਕੱਠੀ ਕੀਤੀ, ਥੀਸਿਸ ਤਿਆਰ ਹੋ ਗਿਆ। ਪਰ ਜਿਸ ਨੂੰ ਗਿਆਨੀ ਕਹਿੰਦੇ ਨੇ ਉਸ ਨੂੰ ਬ੍ਰਹਮ ਦੀ ਸਮਝ ਆ ਗਈ, ਅਵੇਅਰਨੈਸ। ਮੈਂ ਕੀ ਹਾਂ, ਮੈਂ ਕੌਣ ਹਾਂ, ਇਹਦੀ ਸਮਝ ਆ ਗਈ। ਇਹ ਫਲ ਹੈ। ਆਪ ਜੀ ਨੇ ਫਲ ਤੱਕ ਪਹੁੰਚਣਾ ਹੈ। ਜਿਹੜਾ ਰੁੱਖ ਹੈ ਬੀਜ ਤੋਂ ਸ਼ੁਰੂ ਹੋਇਆ, ਬੀਜ ਦੇ ਨਾਲ ਤਨਾ ਹੋਇਆ, ਪਰ ਤਨਾ ਬੀਜ ਨਹੀਂ ਹੈ। ਬੀਜ ਦੇ ਨਾਲ ਸ਼ਾਖਾਵਾਂ ਹੋਈਆਂ, ਪਰ ਸ਼ਾਖਾ ਬੀਜ ਨਹੀਂ ਹੈ। ਬੀਜ ਦੇ ਨਾਲ ਫੁੱਲ ਬਣੇ ਨੇ, ਪਰ ਫੁੱਲ ਬੀਜ ਨਹੀਂ ਹੈ। ਬੀਜ ਦੇ ਨਾਲ ਫਲ ਤਿਆਰ ਹੋਇਆ, ਫਲ ਦੇ ਵਿੱਚ ਬੀਜ ਹੈ। ਬੀਜ ਤੋਂ ਸਫ਼ਰ ਸ਼ੁਰੂ ਹੋਇਆ, ਬੀਜ ਤੋਂ ਹੀ ਖਤਮ ਹੋਇਆ। ਤੋ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਮਨੁੱਖ ਉਸ ਪ੍ਰਭੂ ਦੇ ਰਸ ਵਿੱਚ, ਰਸ ਤੋਂ ਮੁਰਾਦ ਪ੍ਰੇਮ, ਪਰਮਾਤਮਾ ਹੈ ਹੀ ਪ੍ਰੇਮ। ਜਿਹੜਾ ਮਨੁੱਖ ਪ੍ਰੇਮ ਦੇ ਵਿੱਚ ਜੀਉਂਦਾ ਹੈ, ਪ੍ਰੇਮ ਵਿੱਚ ਭੋਜਨ ਛਕਦਾ ਹੈ, ਪ੍ਰੇਮ ਵਿੱਚ ਇਸ਼ਨਾਨ ਕਰਦਾ ਹੈ, ਪ੍ਰੇਮ ਵਿੱਚ ਹੀ ਵਿਸ਼ਰਾਮ ਕਰਦਾ ਹੈ। ਇੱਕ ਮਨੁੱਖ ਕਹਿੰਦਾ ਹੈ ਮੈਂ ਇਸ ਤਰ੍ਹਾਂ ਸੌਂਦਾ ਹਾਂ ਜਿਵੇਂ ਮੈਂ ਰੱਬ ਨੂੰ ਸੁਲਾ ਰਿਹਾ ਹਾਂ। ਹੱਦ ਹੋ ਗਈ। ਮੈਂ ਇਸ ਤਰ੍ਹਾਂ ਭੋਜਨ ਛਕਦਾ ਜਿਵੇਂ ਰੱਬ ਨੂੰ ਖਿਲਾ ਰਿਹਾ। ਮੈਂ ਇਸ ਤਰ੍ਹਾਂ ਪਾਣੀ ਪੀਣਾ ਜਿਵੇਂ ਮੈਂ ਰੱਬ ਨੂੰ ਪਾਣੀ ਪਿਲਾ ਰਿਹਾ। ਪ੍ਰੇਮ ਰਸ ਵਿੱਚ ਹੈ। ਮੈਂ ਗੁਰਬਾਣੀ ਵੀ ਇਸ ਤਰ੍ਹਾਂ ਪੜ੍ਹ ਰਿਹਾ ਜਿਵੇਂ ਰੱਬ ਨੂੰ ਸੁਣਾ ਰਿਹਾ। ਤੋ ਸਾਹਿਬ ਕਹਿੰਦੇ ਨੇ ਰਸ ਰਸੀਆ ਹਰਿਆ ਸਦਾ। ਕਹਿੰਦੇ ਨੇ ਉਹ ਪ੍ਰੇਮ ਦੇ ਵਿੱਚ ਮਗਨ ਹੈ ਤੇ ਫਿਰ ਉਹਦੀ ਅਵਸਥਾ ਜਿਹੜੀ ਹੈ ਪਰਿਪੱਕ ਹੋ ਗਈ। ਕਿਉਂ? ਕਿਉਂਕਿ ਕਰਮ ਧਿਆਨ, ਕਰਮ ਕਹਿੰਦੇ ਨੇ ਰਹਿਮਤ ਨੂੰ, ਉਹਦੀ ਰਹਿਮਤ ਦੇ ਸਦਕੇ ਜੋ ਧਿਆਨ ਹੈ ਉਹ 24 ਘੰਟੇ ਰੱਬ ਵਿੱਚ ਜੁੜੀ ਹੈ। ਉੱਠਦੀਆਂ ਬਹਿੰਦੀਆਂ ਸੌਂਦੀਆਂ ਰੱਬ ਵੱਲ ਧਿਆਨ ਹੈ। ਪਤ ਕੇ ਸਵਾਦ ਖਾਦਾ ਲਹਿ ਦਾਨਾ ਕੈ ਸ਼ਿਰਦਾਨ। ਕਹਿੰਦੇ ਨੇ ਪ੍ਰਭੂ ਦੇ ਨਾਲ ਦੋਸਤੀ ਕਰਨੀ, ਪ੍ਰਭੂ ਨਾਲ ਮਿੱਤਰਤਾ ਹੀ ਰੱਖਣੀ, ਇਹ ਸਮਝ ਲਵੋ ਸ਼ਾਖਾਵਾਂ ਨੇ, ਪੱਤੇ ਨੇ। ਔਰ ਉਸ ਪ੍ਰਭੂ ਨਾਲ ਤੁਸੀਂ ਪ੍ਰੀਤ ਕਰਦੇ ਪਏ ਹੋ ਜੋ ਕਿ ਦਾਨਾ ਕੈ ਸ਼ਿਰਦਾਨ। ਦਾਨਾ ਕਿਸ ਨੂੰ ਕਹਿੰਦੇ ਨੇ? ਬਹੁਤ ਸਿਆਣਾ। ਜੇ ਦਿਲ ਸਿਆਣਾ ਹੋ ਜਾਵੇ, ਅੰਦਰ ਰੱਬ ਬੈਠਾ ਹੋਇਆ ਹੈ। ਜੇ ਅੱਖਾਂ ਦੇਖਣ ਵਾਲੀਆਂ ਹੋ ਜਾਣ, ਹਰ ਤਰਫ ਪਰਮਾਤਮਾ ਬੈਠਾ ਹੋਇਆ ਹੈ। ਤੋ ਸਭ ਤੋਂ ਵੱਧ ਸਿਆਣਾ ਪਰਮਾਤਮਾ, ਤੂੰ ਉਹਦੇ ਨਾਲ ਪ੍ਰੀਤ ਜੋੜ, ਤੂੰ ਉਹਦੀ ਇਬਾਦਤ ਕਰ ਜੋ ਸਾਰਿਆਂ ਦੇ ਸਿਰ 'ਤੇ ਰਹਿਮਤਾਂ ਬਰਸਾਉਂਦਾ ਹੈ, ਖੁਸ਼ੀਆਂ ਬਰਸਾਉਂਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੱਸਣਾ ਕਰਦੇ ਹਨ ਜੀ। ਮਹਿਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰਵਾਲਾ, ਫੁੱਲ ਜਵੇ ਹਰ ਲਾਲ, ਤਿਤ ਫਲ ਰਤਨ ਲਗੈ ਮੁਖ ਭਾਖਤ, ਹਿਰਦੈ ਹਿਰਦੈ ਨਿਹਾਲ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਜੋ ਗੁਰੂ ਹੈ ਉਸ ਨੂੰ ਸਮਝ ਲਵੋ ਕਿ ਸ਼ੁੱਧ ਸੋਨਾ ਹੈ।
सोने का बिरख है। तो इस सोने के बिरख नूं जिहड़े हुण पत्ते लगे हुए ने, ये हीरे ते जवाहरात ने, मूंगे हैं। आप जी नूं शायद खबर होवे, मलेशिया दे विच एक ऐसा गुरु ग्रंथ साहब तैयार किया है जिहदे विच 700 किलो वजन है। 700 किलो। ते उहदे जिहड़े अखर हैं वो सोने दे नाल लिखे हुए ने, इंक सोने दी। हुण 700 किलो वजन होवे, उहदा प्रकाश किवें होएगा? बहुत वड्डा है। एक नहीं, दो नहीं, तीन नहीं, 10 बंदे चाहिए ने प्रकाश करने वास्ते। 700 किलो वड्डे वड्डे अंक ने। ये उन्होंने अपनी शरधा है। पर मैं आप जी नूं अर्ज करा, धन गुरु ग्रंथ साहब दे बोल ही हीरे मोती ने। बोल ही, किसी होर हीरे की लोड़ नहीं है, होर किसी रतन की लोड़ नहीं है, होर किसी मूंगे की लोड़ नहीं है। ये गुरु दे बोल ही रतन ने, गुरु दे बोल ही जमार ने। जमार तो साहिब कहते ने, सोने का बिरख जो गुरु है वो इस तरह जिवें शुद्ध सोना पत पर वाला। ये जो अखर ने, जो अंग ने, ये समझ लो वो मूंगे ने। फुल जमे हर लाल, जेड़े फुल ने ये जमे हर लाल हैं। गुरु साहब की कहना चाहते हैं? कहते ने, तित फल रतन लगे मुख भाखित, हृदय हृदय निहाल। केवल ते केवल गुरु ग्रंथ साहब नूं पढ़न दे नाल ही गल नहीं बनेगी। इहदे जिहड़े गुण हन, ये फुल हन, जमेर हन, लाल हन। इन्हां गुणां नूं जपदियां जपदियां कहंदे ने मनुख दा जीवन भी सोने वर्गा हो जाता है, हीरे वर्गा हो जाता है, लाल वर्गा हो जाता है, रतन वर्गा हो जाता है, जमेर वर्गा हो जाता है। उसका जीवन ही इस तरह का हो गया। बोल सुनदियां सुनदियां। तो ये बोल सुन के अपने जहन दे विच वसाना, ते जदों ये बोल जहन विच वस गए तो फिर मनुख की अवस्था कित्थे तक पहुँचती है? गुरु नानक साहिब जी दसना करदे हन जी। नानक कर्म होवे मुख मस्तक, लिखिया होवे लेख। 68 तीरथ गुर की चरणी, पूजै सदा विशेख। साहिब कहते ने, नानक कर्म होवे मुख मस्तक। ये कर्म दे 2 मीनिंग होंदे ने, 2 मायने होंदे ने। जे संस्कृत विच असीं कर्म दा मायना कढ़ीए तो होंदा है श्रम, मेहनत, कर्म। और परसियन दे विच जे असीं कर्म शब्द देखिए तो उस तो मुराद है रहमत, करम, नदर। जिन्हां ते ओदी रहमत होई, जिन्हां ते ओदी नदर होई। नानक कर्म होवे मुख मस्तक, लिखिया होवे लेख। कई बार मनुख कह दिंदा है मेरे भाग चंगे नहीं हैं। मनुख कह दिंदा है। गुस्ताखी माफ, मैं अर्ज करा, ये भाग बनाए किसने हैं? आप जी ने खुद ने बनाए थे। मैं नहीं बनाए, दूजे तीजे ने नहीं बनाए। ये भाग मैं ही बनाए। जे मैं छोटी जी गाथा आप जी के सामने रखा, गल पकड़ विच आ जाए। कहते ने, जे किधरे असी गुरबाणी नूं बड़ी गहराई दे नाल विचारीए, बहुत गहराई दे नाल, ते की होया? कर्म दी मैं गल कर रही हाँ। एक मनुख अपने पुत्र कोल बैठा होया है। पुत्र कोल, पुत्र बीमार है। डॉक्टर ने जवाब दे दिता है। पिता कहता है परमात्मा ने एक ही पुत्र बख्शिया है, उसनों भी डॉक्टर ने मना कर दिता। तो वो पुत्र जो बेहोशी की दशा विच
ਲੇਟਿਆ ਹੋਇਆ ਹੈ, ਉਹ ਆਪਣੇ ਬਾਪੂ ਨੂੰ ਕੀ ਕਹਿੰਦਾ ਹੈ? ਬਾਪੂ ਗੌਰ ਦੇ ਨਾਲ ਮੇਰੀ ਗੱਲ ਸੁਣ। ਹਾਂਜੀ ਪੁੱਤਰ ਦੱਸੋ। ਕਹਿਣ ਲੱਗੇ, ਇੱਕ ਦਿਨ ਰਾਜੇ ਦਾ ਪੁੱਤਰ ਕਿਧਰੇ ਸੈਰ ਤੇ ਜਾ ਰਿਹਾ ਸੀ, ਸੈਰ ਤੇ ਜਾ ਰਿਹਾ ਸੀ। ਦੋ ਬੰਦਿਆਂ ਨੇ ਮਿਲ ਕੇ ਉਹਦਾ ਕਤਲ ਕਰ ਦਿੱਤਾ, ਦੋ ਬੰਦਿਆਂ ਨੇ ਮਿਲ ਕੇ ਉਹਦਾ ਕਤਲ ਕਰ ਦਿੱਤਾ। ਕਹਿਣ ਲੱਗੇ, ਪੁੱਤਰ ਫਿਰ ਕੀ ਹੋਇਆ? ਕਹਿਣ ਲੱਗੇ, ਉਸ ਰਾਜੇ ਦੇ ਪੁੱਤਰ ਨੇ ਦੁਬਾਰਾ ਜਨਮ ਲਿਆ ਉਹਨਾਂ ਦੋਵਾਂ ਤੋਂ ਬਦਲਾ ਕੱਢਣ ਵਾਸਤੇ। ਕਹਿੰਦੇ ਨੇ ਫਿਰ ਕੀ ਹੋਇਆ? ਕਹਿਣ ਲੱਗੇ, ਉਹ ਰਾਜੇ ਦਾ ਪੁੱਤਰ ਕੋਈ ਹੋਰ ਨਹੀਂ, ਉਹ ਮੈਂ ਹੀ ਹਾਂ। ਜਿਨ੍ਹਾਂ ਨੇ ਕਤਲ ਕੀਤਾ ਸੀ ਦੋ ਮਿੱਤਰਾਂ ਨੇ, ਉਹ ਹੋਰ ਕੋਈ ਨਹੀਂ ਹੈ, ਇੱਕ ਤੁਸੀਂ ਹੋ, ਇੱਕ ਮੇਰੀ ਪਤਨੀ ਬਣ ਕੇ ਆਈ ਹੈ, ਇਹ ਤੁਸੀਂ ਦੋਵੇਂ ਹੀ ਹੋ। ਹੁਣ ਮੇਰੇ ਜਾਣ ਤੋਂ ਬਾਅਦ ਤੁਸੀਂ ਵੀ ਰੋਵੋਗੇ, ਪਤਨੀ ਵੀ ਰੋਏਗੀ। ਜਿਤਨਾ ਕੁਛ ਮੇਰੇ ਤੋਂ ਖੋਇਆ ਸੀ ਧਨ ਦੌਲਤ, ਉਹ ਵੀ ਆਪ ਜੀ ਨੇ ਮੇਰੀ ਬਿਮਾਰੀ ਤੇ ਸਭ ਕੁਛ ਲਗਾ ਛੱਡਿਆ। ਮੇਰੇ ਮਰਨ ਤੋਂ ਬਾਅਦ ਅੰਤਿਮ ਸੰਸਕਾਰ ਹੋਵੇਗਾ, ਬਾਕੀ ਬਚਦੇ ਹੋਏ ਪੈਸੇ ਤੂੰ ਉੱਥੇ ਖਰਚ ਕਰੇਗਾ, ਫਿਰ ਸਾਰੀ ਜ਼ਿੰਦਗੀ ਤੂੰ ਰੋਂਦਾ ਵੀ ਰਵੇਂਗਾ। ਇਹ ਪਨਿਸ਼ਮੈਂਟ ਹੈ, ਇਹ ਸਜ਼ਾ ਹੈ, ਇਹ ਕਰਮ ਦੀ ਖੇਡ ਹੈ। ਤਾਂ ਮੈਂ ਅਰਜ਼ ਕਰਾਂ, ਜੇ ਕਰਮ ਅਸੀਂ ਪਹਿਲਾਂ ਨਹੀਂ ਬਣਾਏ ਸੀ, ਅੱਜ ਸਮਾਂ ਹੈ, ਅੱਜ ਮੌਕਾ ਹੈ। ਰਾਹ ਦੇ ਵਿੱਚੋਂ ਇੱਕ ਪੱਥਰ ਦਾ ਟੁਕੜਾ ਪਿਆ ਹੋਵੇ ਤੂੰ ਉਹਨੂੰ ਵੀ ਇੱਕ ਪਾਸੇ ਰੱਖ ਦੇ, ਇਹ ਵੀ ਤੇਰਾ ਕਰਮ ਬਣੇਗਾ, ਇਹ ਵੀ ਤੇਰੀ ਭਗਤੀ ਬਣੇਗੀ। ਕਿਸੇ ਨੂੰ ਰਾਹ ਦਿਖਾ ਦੇ, ਇਹ ਵੀ ਤੇਰੀ ਭਗਤੀ ਬਣੇਗੀ। ਤੋ ਸਾਹਿਬ ਕਹਿੰਦੇ ਨੇ, ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ। ਕਹਿੰਦੇ ਨੇ ਤੇਰੇ ਭਾਗ ਬਣਨਗੇ, ਗੁਰੂ ਦੀ ਗੱਲ ਸੁਣ, ਗੁਰੂ ਦੇ ਕੋਲ ਬੈਠ। 68 ਤੀਰਥ ਗੁਰ ਕੀ ਚਰਨੀ। ਹੁਣ ਗੁਰੂ ਦੇ ਚਰਨ ਕਿਹੜੇ ਨੇ? ਕਈ ਵਾਰੀ ਅਸੀਂ ਪਾਲਕੀ ਦੇ ਪਾਵੇ ਗੁੱਟਦੇ ਹਾਂ, ਗੁਰੂ ਦੇ ਚਰਨ ਨੇ, ਗੁਸਤਾਖੀ ਮਾਫ ਨਹੀਂ। ਕਈ ਵਾਰ ਬੀਬੀਆਂ ਰੱਖੜੀ ਤੇ ਆ ਕੇ ਰੱਖੜੀ ਬਣ ਜਾਂਦੇ ਨੇ ਪਾਲਕੀ ਨੂੰ, ਗੁਰੂ ਦੀਆਂ ਬਾਹਾਂ ਹਨ। ਨਹੀਂ, ਐਸਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਗੁਰੂ ਦੇ ਬੋਲ ਹੀ ਗੁਰੂ ਦਾ ਮੁਖ ਹੈ, ਗੁਰੂ ਦੇ ਬੋਲ ਹੀ ਗੁਰੂ ਦੇ ਚਰਨ ਹਨ, ਗੁਰੂ ਦੇ ਬੋਲ ਹੀ ਗੁਰੂ ਦੀਆਂ ਬਾਹਾਂ ਨੇ, ਗੁਰੂ ਦੇ ਬੋਲ ਹੀ ਸਭ ਕੁਛ ਨੇ। ਗੁਰੂ ਦੇ ਬੋਲ ਹੀ 68 ਤੀਰਥ ਨੇ, ਕਿਤੇ ਹੋਰ ਪਾਸੇ ਜਾਣ ਦੀ ਲੋੜ ਹੀ ਨਹੀਂ। ਆਪ ਜੀ ਸਾਹਿਬ ਕਹਿੰਦੇ ਨੇ, 68 ਤੀਰਥ ਗੁਰ ਕੀ ਚਰਨੀ, ਪੂਜੈ ਸਦਾ ਵਿਸੇਖ। ਜਿਹੜਾ ਮਨੁੱਖ ਮੰਨ ਲੈਂਦਾ ਹੈ, ਪੂਜ ਲੈਂਦਾ ਹੈ। ਹੁਣ ਇਹ ਪੂਜਣਾ ਸ਼ਬਦ ਧਿਆਨ ਦੇਣਾ। ਅਕਸਰ ਅਸੀਂ ਕਈ ਵਾਰੀ ਕਹਿੰਦੇ ਹਾਂ, ਮੈਂ ਫਲਾਣੀ ਥਾਂ ਤੇ ਗਿਆ, ਮੈਂ 1000 ਰੁਪਏ ਪੂਜ ਕੇ ਆ ਗਿਆ, ਮੱਥਾ ਟੇਕ ਕੇ ਆ ਗਿਆ, ਦੇ ਕੇ ਆ ਗਿਆ, ਮੇਰਾ ਹੁਣ ਕੋਈ ਅਧਿਕਾਰ ਨਹੀਂ ਆ। ਕਹਿੰਦੇ ਨੇ, ਜੇ ਗੁਰੂ ਨੂੰ ਪੂਜਣਾ ਹੈ, ਆਪਣਾ ਮਨ ਗੁਰੂ ਨੂੰ ਦੇ ਦੇ। ਜਦੋਂ ਮਨ ਗੁਰੂ ਨੂੰ ਦੇ ਦਿੱਤਾ ਤੇ ਫਿਰ ਕਦੇ ਵੀ ਆਪ ਜੀ ਨੇ ਗਿਲਾ ਸ਼ਿਕਵਾ ਨਹੀਂ ਕਰਨੀ ਹੈ। ਕਦੇ ਵੀ ਆਪ ਜੀ ਨੇ ਇਹ ਨਹੀਂ ਕਹਿਣਾ, ਪਾਤਸ਼ਾਹ ਜੀ ਮੇਰੇ ਘਰ ਵਿੱਚ ਦੁੱਖ ਕਿਉਂ ਨੇ, ਮੇਰੇ ਘਰ ਵਿੱਚ ਬਿਮਾਰੀ ਕਿਉਂ ਹੈ। ਗਿਲਾ ਸ਼ਿਕਵਾ ਨਹੀਂ, ਸਲਾਮ ਜਵਾਬ ਨਹੀਂ, ਕਿਉਂਕਿ ਆਪ ਜੀ ਨੇ ਮਨ ਗੁਰੂ ਨੂੰ ਦੇ ਦਿੱਤਾ ਹੈ। ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕਹਾਂ। ਇੱਕ ਮਨੁੱਖ ਕਹਿੰਦਾ ਹੈ, ਗਿਆਨੀ ਜੀ ਮੈਂ ਗੁਰੂ ਵੀ ਧਾਰਨ ਕੀਤਾ ਹੈ, ਮੈਂ ਅੰਮ੍ਰਿਤ ਧਾਰੀ ਵੀ ਹਾਂ, ਪਰ ਦੁੱਖ ਕਿਉਂ ਆਉਂਦੇ ਨੇ? ਤੇ ਮੈਂ ਅਰਜ਼ ਕੀਤੀ, ਪਹਿਲਾਂ ਇਹ ਦੱਸ, ਗੁਰੂ ਧਾਰਨ ਕਰਨਾ ਕਿਸ ਨੂੰ ਕਹਿੰਦੇ ਨੇ? ਕਹਿਣ ਲੱਗੇ, ਗੁਰੂ ਦੇ ਹੋ ਗਏ। ਗੁਰੂ ਨੂੰ ਕੀ ਦਿੱਤਾ ਹੈ? ਗੁਰੂ ਦੇ ਹੋ ਗਏ। ਕਹਿਣ ਲੱਗੇ, ਮੈਂ ਮਨ ਦਿੱਤਾ ਆਪਣਾ। ਜਦੋਂ ਗੁਰੂ ਨੂੰ ਤੁਸੀਂ ਮਨ ਦਿੱਤਾ ਹੈ, ਫਿਰ ਇਹ ਕੌਣ ਹੈ ਜਿਹੜਾ ਕਹਿੰਦਾ ਪਿਆ ਹੈ ਮੇਰੇ ਜੀਵਨ ਵਿੱਚ ਦੁੱਖ ਹੀ ਦੁੱਖ ਆਉਂਦੇ ਨੇ? ਇਹ ਕੌਣ ਹੈ? ਇਹ ਕੌਣ ਕਹਿ ਰਿਹਾ ਹੈ? ਕਹਿਣ ਲੱਗੇ, ਗਿਆਨੀ ਜੀ ਇਹ ਵੀ ਮਨ ਕਹਿ ਰਿਹਾ ਹੈ। ਤਾਂ ਇਸ ਤੋਂ ਮੁਰਾਦ ਅਸੀਂ ਮਨ ਗੁਰੂ ਨੂੰ ਦਿੱਤਾ ਨਹੀਂ ਹੈ, ਦਿੱਤਾ ਨਹੀਂ। ਤਾਂ ਜਿਨ੍ਹਾਂ ਨੇ ਗੁਰੂ ਨੂੰ ਮਨ ਦੇ ਦਿੱਤਾ, ਪੂਜੈ ਸਦਾ ਵਿਸੇਖ, ਉਹ 24 ਘੰਟੇ ਖਿੜਾਅ ਵਿੱਚ ਰਹਿੰਦੇ ਨੇ।